ਹੈਲੋ ਦੋਸਤੋ, ਜੈ ਮਸੀਹ ਜੀ। ਪਿਤਾ ਪਰਮੇਸ਼ਰ ਤੁਹਾਨੂੰ ਸਾਰਿਆਂ ਨੂੰ ਬਲੈਸ ਕਰਾਂ। ਅੱਜ ਅਸੀਂ ਆਤਮਿਕ ਰੋਟੀ ਬਾਰੇ ਗੱਲ ਕਰਾਂਗੇ। ਜਿਵੇਂ ਪਿਤਾ ਪਰਮੇਸ਼ਰ ਜੀ ਬਾਈਬਲ 'ਚ ਦੱਸਦਾ ਹੈ ਕਿ ਜਦੋਂ ਤੁਸੀਂ ਪਿਤਾ ਪਰਮੇਸ਼ਰ ਯਹੋਵਾ ਜੀ ਤੋਂ ਪ੍ਰਾਰਥਨਾ ਕਰੋ ਤਾਂ ਤੁਸੀਂ ਉਦੋਂ ਪਿਤਾ ਪਰਮੇਸ਼ਰ ਨੂੰ ਕਹਿਣਾ ਕਿ ਉਹ ਤੁਹਾਨੂੰ ਅੱਜ ਦੀ ਰੋਟੀ ਦੇਣ। ਇਹ ਰੋਟੀ ਕੀ ਹੈ? ਇਹ ਰੋਟੀ ਜਦੋਂ ਅਸੀਂ ਪਿਤਾ ਪਰਮੇਸ਼ਰ ਨੂੰ ਕਹਿੰਦੇ ਕਿ ਸਾਨੂੰ ਅੱਜ ਦੀ ਆਤਮਿਕ ਰੋਟੀ ਦਿਓ, ਤਾਂ ਉਦੋਂ ਅਸੀਂ ਕਹਿੰਦੇ ਕਿ ਪਿਤਾ ਪਰਮੇਸ਼ਰ ਸਾਡੀ ਆਤਮਾ ਨੂੰ ਅੱਜ ਦੀ ਰੋਟੀ ਦਿਓ। ਜਿਹੜੀ ਸਾਡੀ ਆਤਮਾ ਉਹ ਭੁੱਖੀ ਹੈ, ਨੂੰ ਅੱਜ ਦੀ ਰੋਟੀ ਦਿਓ। ਪਿਤਾ ਪਰਮੇਸ਼ਰ ਸਾਨੂੰ ਵਚਨ ਦਿੰਦੇ ਆ। ਜਦੋਂ ਅਸੀਂ ਵਚਨਾਂ ਨੂੰ ਬਿਲਕੁਲ ਪੜ੍ਹਦੇ ਹਾਂ, ਜਦੋਂ ਅਸੀਂ ਵਚਨਾਂ ਦੀ ਡੂੰਘਾਈ 'ਚ ਜਾ ਕੇ ਆਉਂਦੇ ਤਾਂ ਸਾਡੀ ਆਤਮਾ ਜਿਹੜੀ ਭੁੱਖੀ ਆ ਉਹ ਰੱਜਦੀ ਆ। ਸਾਡੀ ਜਿਹੜੀ ਵਚਨ ਆ ਸਾਨੂੰ ਸਾਡੀ ਆਤਮਾ ਨੂੰ ਰੋਟੀ ਦਿੰਦੇ। ਜਿਹੜੀ ਪਵਿੱਤਰਤਾ ਹੀ ਆ ਉਹ ਸਾਨੂੰ ਰੋਟੀ ਦਿੰਦੀ ਹੈ, ਸਾਡੀ ਆਤਮਾ ਨੂੰ ਰੋਟੀ ਦਿੰਦੀ ਹੈ। ਐਵੇਂ ਜਦੋਂ ਪਿਤਾ ਪਰਮੇਸ਼ਰ ਕਹਿੰਦੇ ਕਿ ਤੁਸੀਂ ਪਿਤਾ ਪਰਮੇਸ਼ਰ ਤੋਂ ਆਪਣੀ ਆਤਮਿਕ ਰੋਟੀ ਮੰਗੋ, ਮਤਲਬ ਪਵਿੱਤਰਤਾ ਹੀ ਅਤੇ ਵਚਨ ਮੰਗੋ, ਤਾਂ ਕਿ ਤੁਸੀਂ ਪਵਿੱਤਰਤਾ 'ਚ ਚੱਲ ਕੇ, ਵਚਨਾਂ 'ਤੇ ਚੱਲ ਕੇ, ਪਵਿੱਤਰਤਾ ਵਿੱਚ ਰਹਿ ਕੇ ਤੁਹਾਡੀ ਆਤਮਾ ਜਿਹੜੀ ਆ ਉਹ ਭੁੱਖੀ ਨਾ ਰਹੇ। ਤੁਸੀਂ ਵਚਨ ਪਵਿੱਤਰਤਾ 'ਚ ਚੱਲਦੇ ਰਹੋ, ਪਵਿੱਤਰਤਾ 'ਚ ਵੱਧਦੇ ਰਹੋ, ਵਚਨਾਂ 'ਤੇ ਚੱਲਦੇ ਰਹੋ। ਆਪਣੀ ਆਤਮਾ ਨੂੰ ਭੁੱਖੇ ਨਾ ਰਹਿਣ ਦਿਓ, ਉਹਨੂੰ ਰੋਟੀ ਦਿੰਦੇ ਰਹੋ। ਜਿਵੇਂ ਸਾਡੇ ਸਰੀਰ ਹੈਗਾ, ਸਾਡੇ ਸਰੀਰ ਨੂੰ ਜੇ ਸਾਹ ਨਾ ਆਵੇ ਤਾਂ ਸਾਡਾ ਸਰੀਰ ਜਿਹੜਾ ਉਹ ਖਤਮ ਹੋ ਜਾਂਦਾ, ਡੈਡ ਹੋ ਜਾਂਦਾ। ਸਾਡੇ ਸਰੀਰ ਨੂੰ ਸਾਹ ਨਾ ਆਵੇ, ਉਵੇਂ ਜਦੋਂ ਅਸੀਂ ਆਪਣੀ ਆਤਮਾ, ਜਿਹੜੀ ਸਾਡੇ ਅੰਦਰ ਆਤਮਾ, ਜਦੋਂ ਅਸੀਂ ਉਹਨੂੰ ਵਚਨ ਨਹੀਂ ਦਿੰਦੇ, ਜਿਹੜੀ ਆਤਮਾ ਵਾ ਉਹ ਡੈਡ ਹੋਣੀ ਸਟਾਰਟ ਹੋ ਜਾਂਦੀ ਹੈ। ਉਹਨੂੰ ਸਾਹ ਨਾ ਬੰਦ ਹੋ ਜਾਂਦਾ। ਸਾਡੀ ਜਿਹੜੀ ਆਤਮਾ, ਜਦੋਂ ਉਹਨੂੰ ਅਸੀਂ ਪਿਤਾ ਪਰਮੇਸ਼ਰ ਦੇ ਵਚਨ ਨਹੀਂ ਨਾ ਦਿੰਦੇ, ਥੋੜੀ ਆਤਮਾ ਵਾ ਉਹ ਡੈਡ ਹੋਣੀ ਸਟਾਰਟ ਹੋ ਜਾਂਦੀ ਹੈ। ਜਦੋਂ ਅਸੀਂ ਵਚਨਾਂ 'ਤੇ ਨਹੀਂ ਚੱਲਾਂਗੇ, ਮਤਲਬ ਸਾਨੂੰ ਪਵਿੱਤਰਤਾ ਵੀ ਨਹੀਂ ਮਿਲੂਗੀ। ਅਤੇ ਜੇ ਅਸੀਂ ਵਚਨਾਂ 'ਤੇ ਨਹੀਂ ਚੱਲਦੇ ਤਾਂ ਜਿਹੜੀ ਸਾਡੀ ਆਤਮਾ ਉਹ ਬਿਮਾਰ ਹੋਣ ਲੱਗ ਪੈਂਦੀ ਹੈ। ਬਿਮਾਰ ਕਿਵੇਂ ਹੁੰਦੀ ਹੈ? ਜਦੋਂ ਅਸੀਂ ਪਵਿੱਤਰਤਾ 'ਚ ਵਚਨ 'ਤੇ ਨਹੀਂ ਚੱਲਦੇ। ਜਿਵੇਂ ਜੀਸਸ ਜੀ ਦਾ ਵਚਨ ਕਹਿੰਦਾ ਹੈ ਕਿ ਤੂੰ ਝੂਠ ਨਹੀਂ ਬੋਲਣਾ, ਤੂੰ ਚੋਰੀ ਨਹੀਂ ਕਰਨੀ, ਤੂੰ ਗੰਦੇ ਵਿਚਾਰ ਆਪਣੇ ਦਿਮਾਗ 'ਚ ਨਹੀਂ ਲੈਣੇ, ਗੰਦੇ ਕੰਮ ਨਹੀਂ ਕਰਨੇ। ਜਦੋਂ ਅਸੀਂ ਪਿਤਾ ਪਰਮੇਸ਼ਰ ਦੇ, ਜਦੋਂ ਸਾਡੇ ਕੋਲ ਵਚਨ ਨਹੀਂ ਹੋਊਗੇ, ਅਸੀਂ ਵਚਨਾਂ 'ਤੇ ਨਹੀਂ ਚੱਲਾਂਗੇ, ਫਿਰ ਅਸੀਂ ਚੋਰੀ ਕਰਾਂਗੇ, ਝੂਠ ਬੋਲਾਂਗੇ, ਅਤੇ ਮਤਲਬ ਇਹ ਸਾਰਾ ਕੁਛ ਪਾਪ 'ਚ ਆਉਂਦਾ। ਜਦੋਂ ਅਸੀਂ ਪਾਪ ਕਰਾਂਗੇ, ਜਿਹੜੇ ਸਾਡੀ ਆਤਮਾ ਨੂੰ ਪਾਪ ਦੇ ਰੋਗ ਲੱਗ ਜਾਂਦੇ। ਜਿਹੜੀ ਸਾਡੀ ਆਤਮਾ ਵਾ ਉਹਨੂੰ ਅਸੀਂ ਪਾਪ ਕਰ ਕਰਕੇ ਬਿਮਾਰ ਕਰ ਦਿੰਦੇ ਹਾਂ। ਸਾਡੀ ਜਿਹੜੀ ਆਤਮਾ ਉਹ ਜਦੋਂ ਅਸੀਂ ਪਾਪ ਕਰਦੇ ਰਹਿੰਦੇ ਉਹ ਮਰਨੀ ਸਟਾਰਟ ਹੋ ਜਾਂਦੀ ਹੈ। ਜਦੋਂ ਹੁੰਦਾ ਨਾ ਕਿ ਆਦਮੀ ਨੂੰ ਉਹਨੂੰ ਸਾਹ ਔਖੇ ਆਉਣ ਲੱਗ ਪੈਂਦੇ ਆ, ਅਤੇ ਜਦੋਂ ਉਹਨੂੰ ਸਾਹ ਨਹੀਂ ਆਉਂਦਾ ਤਾਂ ਉਹ ਮਰਨ ਲੱਗ ਪੈਂਦਾ। ਉਹ ਬਸ ਮਰਨ ਦੀ ਸਾਹ 'ਤੇ ਆਉਂਦਾ, ਅਤੇ ਜਦੋਂ ਉਹਦੇ ਸਾਹ ਬੰਦ ਹੁੰਦੇ ਉਹ ਮਰ ਜਾਂਦਾ। ਜਦੋਂ ਅਸੀਂ ਅੱਜ ਅਸੀਂ ਪ੍ਰਾਰਥਨਾ ਕੀਤੀ, ਸਾਨੂੰ ਅੱਜ ਦੀ ਰੋਟੀ ਮਿਲ ਗਈ, ਸਾਨੂੰ ਅੱਜ ਦਾ ਵਚਨ ਮਿਲਿਆ, ਅਸੀਂ ਆਪਣੀ ਆਤਮਾ ਨੂੰ ਰੋਟੀ ਦਿੱਤੀ। ਜੇ ਕੱਲ੍ਹ ਨਹੀਂ ਪ੍ਰਾਰਥਨਾ ਕਰਾਂਗੇ, ਨਹੀਂ ਵਚਨਾਂ 'ਤੇ ਚੱਲਾਂਗੇ, ਤਾਂ ਸਾਡੀ ਆਤਮਾ ਨੂੰ ਸਾਹ ਔਖੇ ਹੋ ਜਾਣਗੇ, ਸਾਡੀ ਆਤਮਾ ਭੁੱਖੀ ਰਹੂਗੀ। ਜਦੋਂ ਅਸੀਂ ਆਪਣੀ ਆਤਮਾ ਨੂੰ ਭੁੱਖੀ ਰੱਖਾਂਗੇ ਤਾਂ ਇੱਕ ਦਿਨ ਮਰ ਜੂਗੀ। ਉਹ ਪਾਪ ਦੇ ਵਿੱਚ ਡਿੱਗ ਜੂਗੀ, ਅਤੇ ਪਾਪ ਦੇ ਵਿੱਚ ਡਿੱਗ ਗਈ ਤਾਂ ਫਿਰ ਉਹ ਨਰਕ 'ਚ ਜਾਏਗੀ। ਜਿਹੜੀ ਸਾਡੀ ਆਤਮਾ ਵਾ ਉਹ ਤੈਅ ਕਰਦੀ ਹੈ ਕਿ ਅਸੀਂ ਪਵਿੱਤਰਤਾ ਵਿੱਚ ਹਾਂ, ਅਸੀਂ ਸਵਰਗ 'ਚ ਜਾਣਾ ਕਿ ਅਸੀਂ ਨਰਕ 'ਚ ਜਾਣਾ। ਜੇ ਅਸੀਂ ਆਪਣੀ ਆਤਮਾ ਨੂੰ ਆਤਮਿਕ ਰੋਟੀ ਦਿੰਦੇ ਹਾਂ, ਵਚਨ ਅਤੇ ਪਵਿੱਤਰਤਾ ਹੀ ਦਿੰਦੇ ਰਹਿੰਦੇ ਹਾਂ। ਜਦੋਂ ਅਸੀਂ ਪਿਤਾ ਪਰਮੇਸ਼ਰ ਤੋਂ ਵਚਨ ਮੰਗਦੇ ਹਾਂ, ਪਵਿੱਤਰਤਾ ਹੀ ਮੰਗਦੇ ਹਾਂ, ਜਦੋਂ ਪਿਤਾ ਪਰਮੇਸ਼ਰ ਸਾਨੂੰ ਵਚਨ ਅਤੇ ਪਵਿੱਤਰਤਾ ਹੀ ਦਿੰਦੇ ਰਹਿੰਦੇ ਆ, ਫਿਰ ਸਾਡੀ ਜਿਹੜੀ ਆਤਮਾ ਵਾ ਉਹ ਸਵਰਗ ਵੱਲ ਜਾਂਦੀ ਹੈ। ਜਦੋਂ ਅਸੀਂ ਉਹਨਾਂ ਨੂੰ ਜਿਹੜੀ ਸਾਡੀ ਆਤਮਾ ਵਾ ਉਹਨੂੰ ਅਸੀਂ ਰੋਟੀ ਨਹੀਂ ਦਿੰਦੇ, ਜਿਹੜੀ ਵਚਨ ਅਤੇ ਪਵਿੱਤਰਤਾ ਹੀ ਨਹੀਂ ਦਿੰਦੇ, ਪਿਤਾ ਪਰਮੇਸ਼ਰ ਤੋਂ ਨਹੀਂ ਮੰਗਦੇ, ਨਹੀਂ ਪ੍ਰਾਰਥਨਾ ਕਰਦੇ, ਨਹੀਂ ਵਚਨਾਂ 'ਤੇ ਚੱਲਦੇ, ਜਿਹੜੀ ਸਾਡੀ ਆਤਮਾ ਉਹ ਮਰ ਜਾਂਦੀ ਹੈ। ਜਿਹੜੀ ਪਿਤਾ ਪਰਮੇਸ਼ਰ ਕਹਿੰਦੇ ਆਪਣੇ ਵਚਨ 'ਚ, ਪਿਤਾ ਪਰਮੇਸ਼ਰ ਕਹਿੰਦੇ ਮੈਂ ਮਰਿਆਂ ਨੂੰ ਜਿਉਂਦਾ ਕਰਨ ਆਇਆ। ਜਿਹੜੇ ਲੋਕ ਮਰ ਚੁੱਕੇ, ਮਤਲਬ ਜਿਹੜੇ ਲੋਕ ਪਾਪਾਂ ਵਿੱਚ ਪੈ ਚੁੱਕੇ ਆ, ਮੈਂ ਉਹਨਾਂ ਨੂੰ ਜਿੰਦਾ ਕਰਨ ਆਇਆ, ਉਹਨਾਂ ਨੂੰ ਪਰਮੇਸ਼ਵਰ ਵੱਲ ਮੋੜਨ ਆਇਆ ਵਾਂ, ਤਾਂ ਕਿ ਉਹ ਪਰਮੇਸ਼ਵਰ ਵੱਲ ਜਾਣ, ਉਹ ਜ਼ਿੰਦਾ ਹੋਣ। ਉਹਨਾਂ ਦੀ ਆਤਮਾ ਜਿਹੜੀ ਮਰ ਚੁੱਕੀ ਆ, ਪਾਪ ਕਰ ਕਰਕੇ ਮਰ ਚੁੱਕੀ ਆ, ਉਹਨਾਂ ਦੀ ਆਤਮਾ ਪਿਤਾ ਪਰਮੇਸ਼ਵਰ ਦੇ ਵਚਨਾਂ 'ਤੇ ਚੱਲ ਕੇ ਜ਼ਿੰਦਾ ਹੋ ਸਕੇ। ਪਿਤਾ ਪਰਮੇਸ਼ਰ ਆਪਣੇ ਵਚਨਾਂ 'ਚ ਕਹਿੰਦੇ, ਜਦੋਂ ਕਿ ਜਿਹੜੀ ਯਹੂਦੀ ਲੋਕ ਸੀ ਉਹਨਾਂ ਨੇ ਕਿਹਾ ਸੀ, ਜਦੋਂ ਪਿਤਾ ਪਰਮੇਸ਼ਰ ਜਿਹੜੇ ਲੋਕਾਂ 'ਚ ਬੈਠੇ ਸੀਗੇ, ਅਤੇ ਉਹ ਕਹਿੰਦੇ ਕਿ ਪਾਪੀ ਲੋਕਾਂ ਦੇ ਨਾਲ ਭੋਜਨ ਕਰਦਾ ਵਾ, ਅਤੇ ਪਿਤਾ ਪਰਮੇਸ਼ਰ ਜੀ ਨੇ ਉਹਨਾਂ ਨੂੰ ਕਿਹਾ ਸੀਗਾ ਕਿ ਬਿਮਾਰਾਂ ਨੂੰ ਵੈਦ ਦੀ ਲੋੜ ਹੈ। ਪਿਤਾ ਪਰਮੇਸ਼ਰ ਜਿਹੜੇ ਉੱਥੇ ਲੋਕ ਬੈਠੇ ਸੀ ਉਹ ਪਾਪ ਕਰਦੇ ਸੀਗੇ। ਉਹਨਾਂ ਨੇ ਤਾਂ ਹੀ ਜਿਹੜੇ ਯਹੂਦੀ ਲੋਕ ਸੀ ਉਹਨਾਂ ਨੇ ਕਿਹਾ ਸੀ ਇਹ ਪਾਪੀਆਂ ਵਿੱਚ ਭੋਜਨ ਕਰਦਾ ਵਾ। ਤਾਂ ਪਿਤਾ ਪਰਮੇਸ਼ਰ ਕਹਿੰਦੇ ਕਿ ਇਹ ਬਿਮਾਰ, ਇਹਨਾਂ ਨੂੰ ਵੈਦ ਦੀ ਲੋੜ ਹੈ। ਮਤਲਬ ਇਹ ਬਿਮਾਰ ਹੈ, ਜਿਹੜੀ ਇਹਨਾਂ ਦੀ ਆਤਮਾ ਵਾ ਉਹ ਬਿਮਾਰ ਆ। ਜਿਹੜੀ ਅਸੀਂ ਆਪਣੀ ਆਤਮਾ ਨੂੰ ਪਾਪ ਕਰ ਕਰਕੇ ਬਹੁਤ ਬਿਮਾਰ ਕਰ ਚੁੱਕੇ ਹਾਂ। ਅਸੀਂ ਪਾਪ ਕਰਦੇ ਰਹਿੰਦੇ ਜਿਹੜੀ ਸਾਡੀ ਜਿਹੜੀ ਆਤਮਾ ਬਿਮਾਰ ਹੋ ਚੁੱਕੀ। ਜਿਹੜੇ ਇੱਕ ਇਨਸਾਨ ਆ ਜੋ ਬਿਮਾਰ ਆ ਉਹ ਦਵਾਈ ਨਹੀਂ ਖਾਂਦਾ, ਬਿਮਾਰ ਹੁੰਦਾ, ਇੱਕ ਦਿਨ ਉਹ ਮਰ ਜਾਂਦਾ। ਜਿਵੇਂ ਅਸੀਂ ਆਪਣੀ ਆਤਮਾ ਨੂੰ, ਜਿਹੜੀ ਸਾਡੀ ਆਤਮਾ ਜੋ ਉਹਨੂੰ ਪਾਪ ਕਰਦੇ ਰਹਿੰਦੇ ਹਾਂ, ਜਿਹੜੀ ਆਤਮਾ ਉਹ ਮਰ ਜਾਂਦੀ ਹੈ। ਸਾਡੀ ਆਤਮਾ ਨੂੰ ਅਸੀਂ ਪਾਪ ਕਰ ਕਰਕੇ ਬਿਮਾਰ ਕਰ ਚੁੱਕੇ ਹਾਂ। ਅਤੇ ਜਿਹੜੇ ਸਾਨੂੰ ਹੈ ਕਿ ਸਾਨੂੰ ਪਿਤਾ ਪਰਮੇਸ਼ਰ ਜਿਹੜਾ ਪ੍ਰਭੂ ਯਿਸੂ ਜੀ ਉਹ ਵੈਦ ਹੈ। ਪ੍ਰਭੂ ਯਿਸੂ ਜੀ ਨੇ ਕਿਹਾ ਸੀ ਬਿਮਾਰਾਂ ਨੂੰ ਵੈਦ ਦੀ ਲੋੜ ਹੈ। ਵੈਦ ਕੌਣ ਹੈ? ਪ੍ਰਭੂ ਯਿਸੂ ਜੀ ਕਹਿੰਦੇ ਸਾਨੂੰ ਜਿਹੜੀ ਆਤਮਾ ਉਹਨੂੰ ਵੈਦ ਪ੍ਰਭੂ ਯਿਸੂ ਜੀ ਦੀ ਲੋੜ ਹੈ। ਜਦੋਂ ਪ੍ਰਭੂ ਯਿਸੂ ਜੀ ਸਾਡੀ ਆਤਮਾ ਨੂੰ ਦੇਖੋਗੇ, ਜਦੋਂ ਪਿਤਾ ਪਰਮੇਸ਼ਰ ਸਾਨੂੰ ਦੇਖੋਗੇ, ਸਾਡੀ ਆਤਮਾ ਨੂੰ ਦੇਖੋਗੇ, ਜਦੋਂ ਅਸੀਂ ਆਪਣੀ
ਗੁਨਾਹਾਂ ਦਾ ਅੰਗੀਕਾਰ ਕਰਾਂਗੇ ਕਿ ਪ੍ਰਭੂ ਯਿਸੂ ਮੈਂ ਆਪਣੇ ਇੰਨੇ ਗੁਨਾਹ ਕੀਤੇ, ਮੈਂ ਅੰਗੀਕਾਰ ਕਰਦਾ ਵਾਂ, ਮੈਂ ਐਕਸੈਪਟ ਕਰਦਾ ਕਿ ਮੈਂ ਇੰਨੇ ਗੁਨਾਹ ਕੀਤੇ ਆ, ਹੁਣ ਤੁਸੀਂ ਮੈਨੂੰ ਮਾफ़ ਕਰੋ, ਮੈਨੂੰ ਪਵਿੱਤਰਤਾ ਦਿਓ। ਤਾਂ ਪਿਤਾ ਪਰਮੇਸ਼ਰ ਉਸ ਟਾਈਮ ਸਾਨੂੰ ਪਵਿੱਤਰਤਾ ਦੀ ਜਿਹੜੀ ਦਵਾਈ ਦਿੰਦੇ ਆ, ਸਾਨੂੰ ਸਾਡਾ ਜਿਹੜਾ ਗੰਦਾ ਵਾਲਾ ਜੀਵਨ ਆ, ਜਿਹੜਾ ਪਹਿਲਾਂ ਸਾਡਾ ਜੀਵਨ, ਉਹਨੂੰ ਖ਼ਤਮ ਕਰ ਦਿੰਦੇ ਆ। ਉਹ ਜਿਹੜੇ ਅਸੀਂ ਪਾਪ ਕੀਤੇ ਉਹਨਾਂ ਨੂੰ ਮਾफ़ ਕਰ ਦਿੰਦੇ ਆ। ਸਾਨੂੰ ਨਵਾਂ ਜੀਵਨ ਦਿੰਦੇ ਆ, ਅਤੇ ਉਸ ਨਵੇਂ ਜੀਵਨ 'ਚ ਸਾਨੂੰ ਪਵਿੱਤਰਤਾ ਹੀ ਮਿਲਦੀ ਹੈ। ਅਤੇ ਜਦੋਂ ਸਾਨੂੰ ਪਿਤਾ ਪਰਮੇਸ਼ਰ ਜਦੋਂ ਸਾਨੂੰ ਪਵਿੱਤਰ ਦੀ ਦਵਾਈ ਦਿੰਦੇ ਆ, ਤਾਂ ਉਸ ਜਿਹੜੇ ਸਾਡੇ ਪਾਪ ਜਿਹੜੇ ਜਿਹੜੀ ਸਾਡੀ ਬਿਮਾਰੀ ਆ, ਉਹ ਤੁਸੀਂ ਠੀਕ ਹੋਣ ਲੱਗ ਪੈਂਦੇ, ਕਿਉਂਕਿ ਸਾਨੂੰ ਦਵਾਈ ਮਿਲਦੀ ਹੈ। ਜੋ ਸਾਨੂੰ ਦਵਾਈ ਮਿਲਦੀ ਹੈ, ਅਸੀਂ ਠੀਕ ਹੋਣ ਲੱਗ ਪੈਂਦੇ ਹਾਂ। ਫਿਰ ਪਿਤਾ ਪਰਮੇਸ਼ਰ ਸਾਨੂੰ ਵਚਨਾਂ ਨਾਲ ਆਰਾਮ ਕਰਨ ਲਈ ਕਹਿੰਦੇ। ਜਦੋਂ ਅਸੀਂ ਡਾਕਟਰ ਜਾਂਦੇ, ਡਾਕਟਰ ਕਹਿੰਦਾ ਦਵਾਈ ਖਾਓ ਅਤੇ ਆਰਾਮ ਕਰੋ। ਪਿਤਾ ਪਰਮੇਸ਼ਰ ਸਾਨੂੰ ਪਵਿੱਤਰਤਾ ਹੀ ਦਿੰਦੇ ਆ, ਦਵਾਈ। ਅਤੇ ਪਿਤਾ ਪਰਮੇਸ਼ਰ ਜਿਹੜੀ ਸਾਨੂੰ ਪਵਿੱਤਰਤਾ ਦੀ ਦਵਾਈ ਦਿੰਦੇ, ਪਿਤਾ ਪਰਮੇਸ਼ਰ ਉਹ ਤੋਂ ਬਾਅਦ ਸਾਨੂੰ ਵਚਨ ਦਿੰਦੇ ਆ, ਤਾਂ ਕਿ ਇਹਨਾਂ ਵਚਨਾਂ 'ਤੇ ਚੱਲ ਕੇ ਤੂੰ ਆਰਾਮ ਕਰ, ਆਪਣੀ ਆਤਮਾ ਨੂੰ ਆਰਾਮ ਕਰ। ਜਦੋਂ ਅਸੀਂ ਇਹ ਸਭ ਕੁਛ ਮਤਲਬ ਪਵਿੱਤਰਤਾ 'ਚ ਚੱਲਦੇ ਹਾਂ, ਵਚਨਾਂ 'ਚ ਚੱਲਦੇ ਹਾਂ, ਪ੍ਰਾਰਥਨਾ ਕਰਦੇ ਹਾਂ, ਤਾਂ ਫਿਰ ਜਿਹੜੀ ਸਾਡੀ ਆਤਮਾ ਬਿਲਕੁਲ ਠੀਕ ਹੋ ਜਾਂਦੀ ਹੈ। ਜੇ ਅਸੀਂ ਆਪਣੀ ਆਤਮਾ ਨੂੰ ਬਿਮਾਰ ਨਹੀਂ ਕਰਨਾ ਚਾਹੁੰਦੇ, ਜੇ ਮਤਲਬ ਚਾਹੁੰਦੇ ਹਾਂ ਕਿ ਸਾਡੀ ਆਤਮਾ ਬਿਲਕੁਲ ਸਹੀ ਰਹੇ, ਹਮੇਸ਼ਾ ਸਹੀ ਰਹੇ, ਤਾਂ ਫਿਰ ਸਾਨੂੰ ਪਿਤਾ ਪਰਮੇਸ਼ਰ ਦੇ ਵਚਨਾਂ 'ਤੇ ਚੱਲਣਾ ਚਾਹੀਦਾ। ਜਦੋਂ ਅਸੀਂ ਆਪਣੀ ਸਾਡੀ ਅੰਦਰ ਆਤਮਾ ਵਾ, ਜਦੋਂ ਅਸੀਂ ਉਹਨੂੰ ਪਵਿੱਤਰਤਾ ਦੀ ਦਵਾਈ ਦਿੰਦੇ ਰਹਿੰਦੇ ਹਾਂ, ਵਚਨਾਂ ਦਾ ਆਰਾਮ ਦਿੰਦੇ ਰਹਿੰਦੇ ਹਾਂ, ਅਤੇ ਵੈਦ ਨੂੰ ਦਿਖਾਉਂਦੇ ਪ੍ਰਭੂ ਯਿਸੂ ਜੀ ਦੇ ਅੱਗੇ ਆਪਣੇ ਗੁਨਾਹਾਂ ਦਾ ਅੰਗੀਕਾਰ ਕਰਦੇ ਰਹਿੰਦੇ ਹਾਂ, ਮਤਲਬ ਪਿਤਾ ਪਰਮੇਸ਼ਰ ਦੇ ਅੱਗੇ ਪ੍ਰਾਰਥਨਾ ਕਰਦੇ ਰਹਿੰਦੇ ਹਾਂ ਕਿ ਅਸੀਂ ਦੁਬਾਰਾ ਪਾਪਾਂ ਵਿੱਚ ਨਾ ਪਈਏ, ਤਾਂ ਜਿਹੜੀ ਸਾਡੀ ਆਤਮਾ ਬਿਲਕੁਲ ਠੀਕ ਹੋ ਜਾਂਦੀ ਹੈ। ਉਹਨੂੰ ਉਹਦੀ ਰੋਟੀ ਮਿਲਣ ਲੱਗ ਪੈਂਦੀ ਹੈ। ਜਦੋਂ ਬਿਮਾਰ ਨੂੰ ਦਵਾਈ ਮਿਲਣ ਜਾਂਦੀ ਨਾ, ਉਹ ਤਾਂ ਬਿਲਕੁਲ ਠੀਕ ਹੋ ਜਾਂਦਾ, ਅਤੇ ਪਿਤਾ ਪਰਮੇਸ਼ਰ ਤੋਂ ਫਿਰ ਉਹ ਠੀਕ ਹੋ ਜਾਂਦਾ, ਜਿਹੜੀ ਸਾਡੀ ਆਤਮਾ ਬਿਲਕੁਲ ਠੀਕ ਹੋ ਜਾਂਦੀ ਹੈ। ਅਤੇ ਜੇ ਅਸੀਂ ਚਾਹੁੰਦੇ ਹਾਂ ਕਿ ਜਿਹੜੀ ਸਾਡੀ ਆਤਮਾ ਕਦੇ ਬਿਮਾਰ ਨਾ ਹੋਏ, ਅਸੀਂ ਹਮੇਸ਼ਾ ਸਹੀ ਰਹੀਏ, ਤਾਂ ਫਿਰ ਸਾਨੂੰ ਸਾਡੀ ਆਤਮਾ ਨੂੰ ਰੋਟੀ ਦੇਣੀ ਪਊਗੀ, ਉਹਨੂੰ ਵਚਨ ਦੇਣੇ ਪਊਗੇ, ਤਾਂ ਕਿ ਜਿਹੜੀ ਸਾਡੀ ਆਤਮਾ ਵਾ ਉਹ ਵਚਨਾਂ ਦੇ ਅੰਦਰ ਗਹਿਰਾਈ 'ਚ ਜਾ ਕੇ ਉਸ ਵਚਨਾਂ ਨੂੰ ਖਾ ਸਕੇ। ਜਦੋਂ ਸਾਡੀ ਆਤਮਾ ਜਿਹੜੀ ਵਚਨਾਂ ਦੇ ਅੰਦਰ ਗਹਿਰਾਈ 'ਚ ਜਾ ਕੇ ਉਹਨੂੰ ਸਮਝੇਗੀ, ਮਤਲਬ ਉਹਨੂੰ ਖਾਂਦੀ ਹੈ, ਜਦੋਂ ਜਿਹੜੀ ਸਾਡੀ ਆਤਮਾ ਨੂੰ ਉਹਦੀ ਰੋਟੀ ਮਿਲਦੀ ਰਹੂਗੀ, ਤਾਂ ਉਹ ਸਹੀ ਰਹੂਗੀ, ਉਹ ਮਤਲਬ ਬਿਲਕੁਲ ਸਹੀ ਰਹੂਗੀ, ਅਤੇ ਉਹਨੂੰ ਕੋਈ ਰੋਗ ਨਹੀਂ ਲੱਗੂਗਾ। ਇਸ ਲਈ ਜੇ ਅਸੀਂ ਚਾਹੁੰਦੇ ਹਾਂ ਕਿ ਅਸੀਂ ਆਪਣੀ ਆਤਮਾ ਨੂੰ ਬਿਲਕੁਲ ਸਹੀ ਰੱਖੀਏ, ਤਾਂ ਸਾਨੂੰ ਪਵਿੱਤਰਤਾ 'ਚ ਰਹਿਣਾ ਚਾਹੀਦਾ। ਅਤੇ ਪਿਤਾ ਪਰਮੇਸ਼ਰ ਆਪਣੇ ਵਚਨਾਂ 'ਚ ਕਹਿੰਦੇ ਕਿ ਮੈਂ ਹੀ ਰਾਸਤਾ, ਸੱਚਾਈ ਅਤੇ ਜੀਵਨ ਹਾਂ, ਮੇਰੇ ਤੋਂ ਇਲਾਵਾ ਕੋਈ ਪਿਤਾ ਪਰਮੇਸ਼ਰ ਕੋਲ ਨਹੀਂ ਜਾ ਸਕਦਾ। ਜੇ ਸਾਨੂੰ ਪਤਾ ਹੈ ਕਿ ਪਿਤਾ ਯਹੋਵਾ ਜੀ ਨੇ ਕਿਹਾ ਸੀਗਾ ਕਿ ਇਹ ਮੇਰਾ ਪਿਆਰਾ ਪੁੱਤਰ ਹੈ, ਪ੍ਰਭੂ ਯਿਸੂ ਜੀ ਨੂੰ ਕਿਹਾ ਸੀ ਇਹ ਮੇਰਾ ਪਿਆਰਾ ਪੁੱਤਰ ਹੈ, ਮੈਂ ਇਹਨੂੰ ਬਹੁਤ ਪਿਆਰ ਕਰਦਾ। ਪਿਤਾ ਯਹੋਵਾ ਨੇ ਖੁਦ ਕਿਹਾ ਸੀ, ਪਰ ਫਿਰ ਵੀ ਅਸੀਂ ਲੋਕ ਬਿਲੀਵ ਨਹੀਂ ਕਰਦੇ ਕਿ ਨਹੀਂ, ਪ੍ਰਭੂ ਯਿਸੂ ਜੀ ਇਸ ਦੁਨੀਆ ਦੇ ਇਕਲੌਤੇ ਪਰਮੇਸ਼ਰ ਆ। ਪਿਤਾ ਪਰਮੇਸ਼ਰ ਕਹਿੰਦੇ ਕਿ ਜਿਹੜਾ ਇਨਸਾਨ ਮੇਰੇ ਨਾਲ ਜੁੜਦਾ, ਪਰਮੇਸ਼ਵਰ ਨਾਲ ਜੁੜ ਜਾਂਦਾ। ਪਿਤਾ ਪਰਮੇਸ਼ਰ ਆਪਣੇ ਵਚਨਾਂ 'ਚ ਕਹਿੰਦੇ ਆ ਕਿ ਪਿਤਾ ਯਹੋਵਾ ਜੀ ਮੇਰੇ 'ਚ ਵਾਸ ਕਰਦੇ ਆ, ਅਤੇ ਮੈਂ ਪਿਤਾ ਯਹੋਵਾ 'ਚ ਵਾਸ ਕਰਦਾ। ਉਵੇਂ ਜਿਹੜਾ ਇਨਸਾਨ ਜਿੱਦਾਂ ਅਸੀਂ ਪਿਤਾ ਪਰਮੇਸ਼ਰ ਦੇ ਬੱਚੇ ਹਾਂ, ਪਿਤਾ ਪਰਮੇਸ਼ਰ ਕਹਿੰਦੇ ਕਿ ਤੁਸੀਂ ਮੇਰੇ 'ਚ ਵਾਸ ਕਰਦੇ ਹੋ, ਮੈਂ ਤੁਹਾਡੇ 'ਚ ਵਾਸ ਕਰਦਾ। ਅਤੇ ਜੇ ਅਸੀਂ ਪਿਤਾ ਪਰਮੇਸ਼ਰ 'ਚ ਵਾਸ ਤਾਂ ਹੀ ਕਰ ਸਕਦੇ ਜੇ ਸਾਡੀ ਆਤਮਾ ਪਵਿੱਤਰ ਹੋਊਗੀ, ਕਿਉਂਕਿ ਪ੍ਰਭੂ ਯਿਸੂ ਜੀ ਪਵਿੱਤਰ ਆ। ਜੇ ਅਸੀਂ ਪਵਿੱਤਰ ਨਹੀਂ ਹੋਵਾਂਗੇ ਤਾਂ ਪ੍ਰਭੂ ਯਿਸੂ ਜੀ ਦੀ ਆਤਮਾ ਪ੍ਰਭੂ ਯਿਸੂ ਜੀ ਸਾਡੇ 'ਚ ਵਾਸ ਨਹੀਂ ਕਰ ਸਕਦੇ, ਕਿਉਂਕਿ ਅਸੀਂ ਪਵਿੱਤਰ ਨਹੀਂ, ਅਸੀਂ ਤਾਂ ਪਾਪ ਕਰਦੇ ਹਾਂ। ਪ੍ਰਭੂ ਯਿਸੂ ਜੀ ਪਵਿੱਤਰ ਆਤਮਾ ਵਾ। ਇਸ ਲਈ ਜੇ ਅਸੀਂ ਪਰਮੇਸ਼ਵਰ ਨਾਲ ਜੁੜਨਾ ਚਾਹੁੰਦੇ ਤਾਂ ਸਾਨੂੰ ਪਵਿੱਤਰ ਬਣਨਾ ਪਊਗਾ। ਸਾਨੂੰ ਸਾਡੀ ਆਤਮਾ ਨੂੰ ਰੋਟੀ ਦੇਣੀ ਪਊਗੀ, ਉਹਨੂੰ ਰੋਜ਼ ਰੋਟੀ ਦੇਣੀ ਪਊਗੀ, ਵਚਨਾਂ ਦੀ ਰੋਟੀ, ਉਹਨੂੰ ਪਵਿੱਤਰਤਾ ਹੀ। ਅਸੀਂ ਵਚਨਾਂ 'ਤੇ ਚੱਲਾਂਗੇ ਤਾਂ ਅਸੀਂ ਪਿਤਾ ਪਰਮੇਸ਼ਰ ਨੂੰ ਕਹਾਂਗੇ ਸਾਨੂੰ ਅੱਜ ਦੀ ਰੋਟੀ ਦਿਓ, ਫਿਰ ਪਿਤਾ ਪਰਮੇਸ਼ਰ ਸਾਨੂੰ ਪਵਿੱਤਰਤਾ ਹੀ ਦੇਣਗੇ। ਅਸੀਂ ਪਿਤਾ ਪਰਮੇਸ਼ਰ 'ਤੇ ਬਿਲੀਵ ਰੱਖ ਕੇ, ਵਚਨਾਂ 'ਤੇ ਚੱਲ ਕੇ, ਪਿਤਾ ਪਰਮੇਸ਼ਰ ਦੇ ਕਲਾਮ ਦੇ ਨਾਲ ਵਫਾਦਾਰ ਰਹਿ ਕੇ, ਪਵਿੱਤਰਤਾ ਨੂੰ ਹਾਸਲ ਕਰਕੇ ਸਵਰਗ 'ਚ ਜਾਵਾਂਗੇ। ਫਿਰ ਜਦੋਂ ਪਿਤਾ ਪਰਮੇਸ਼ਰ ਦੱਸਣਗੇ ਕਿ ਕਿਹਨੇ ਸਵਰਗ ਜਾਣਾ, ਕਿਹਨੇ ਨਰਕ ਜਾਣਾ, ਅਤੇ ਉਸ ਟਾਈਮ ਪਿਤਾ ਪਰਮੇਸ਼ਰ ਸਾਨੂੰ ਸਵਰਗ 'ਚ ਭੇਜਣਗੇ, ਕਿਉਂਕਿ ਅਸੀਂ ਆਪਣੇ ਪਿਤਾ ਪਰਮੇਸ਼ਰ ਦੇ ਸਾਰੇ ਵਚਨਾਂ ਨੂੰ ਫੋਲੋ ਕੀਤਾ, ਪਵਿੱਤਰਤਾ 'ਚ ਰਹੇ ਹਾਂ। ਅਸੀਂ ਜੋ ਬਾਕੀ ਲੋਕ ਕਿਤੇ, ਜਦੋਂ ਅਸੀਂ ਪਿਤਾ ਪਰਮੇਸ਼ਰ ਦੇ ਨਾਲ ਜੁੜਦੇ ਹਾਂ ਤਾਂ ਸਾਡੀ ਜ਼ਿੰਦਗੀ ਬਾਕੀਆਂ ਨਾਲੋਂ ਬਹੁਤ ਅਲੱਗ ਹੋ ਜਾਂਦੀ ਹੈ। ਜਿਵੇਂ ਬਾਕੀ ਲੋਕ ਗੱਲ 'ਤੇ ਝੂਠ ਬੋਲ ਦਿੰਦੇ ਆ, ਪਾਪ ਕਰ ਦਿੰਦੇ ਆ, ਉਵੇਂ ਅਸੀਂ ਨਹੀਂ ਕਰਦੇ। ਫਿਰ ਉੱਥੋਂ ਪਤਾ ਲੱਗਦਾ ਕਿ ਅਸੀਂ ਪ੍ਰਭੂ ਯਿਸੂ ਜੀ ਦੇ ਬੱਚੇ ਹਾਂ। ਇਸ ਲਈ ਆਪਣੀ ਆਤਮਾ ਨੂੰ ਜੀਵਨ ਦੀ ਰੋਟੀ ਦਿਓ, ਜਿਹੜੀ ਸਦੀਵੀ ਜੀਵਨ ਦਾ ਭੋਜਨ ਦਿੰਦੇ ਰਹੋ, ਤਾਂ ਕਿ ਜਿਹੜੀ ਤੁਹਾਡੀ ਆਤਮਾ ਉਹ ਠੀਕ ਰਹੇ। ਆਪਣੇ ਆਪ ਨੂੰ ਇਸ ਲਈ ਜੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੀ ਜਿਹੜੀ ਆਤਮਾ ਬਿਲਕੁਲ ਸਹੀ ਰਹੇ, ਤੰਦਰੁਸਤ ਰਹੇ, ਜਿਵੇਂ ਤੁਸੀਂ ਆਪਣੇ ਸਰੀਰ ਦੀ ਦੇਖਭਾਲ ਕਰਦੇ ਹੋ ਨਾ ਕਿ ਹਾਂ ਅਸੀਂ ਜਿੰਮ ਜਾਂਦੇ ਹਾਂ ਜੀ ਸਾਡਾ ਸਰੀਰ ਵਧੀਆ ਰਹੇ, ਉਵੇਂ ਆਪਣੀ ਆਤਮਾ ਦੀ ਵੀ ਫਿਕਰ ਕਰੋ। ਸਰੀਰ ਨੇ ਮਿੱਟੀ ਹੋ ਜਾਣਾ, ਸਰੀਰ ਮਿੱਟੀ ਤੋਂ ਬਣਿਆ, ਪਿਤਾ ਪਰਮੇਸ਼ਰ ਨੇ ਸਰੀਰ ਨੂੰ ਮਿੱਟੀ ਤੋਂ ਬਣਾਇਆ, ਇਹਨੇ ਮਿੱਟੀ ਹੋ ਜਾਣਾ। ਵੈਲਿਊ ਤੁਹਾਡੀ ਆਤਮਾ ਦੀ ਹੈ ਕਿ ਤੁਸੀਂ ਆਪਣੀ ਆਤਮਾ ਨੂੰ ਕਿੰਨਾ ਕੁ ਤੰਦਰੁਸਤ ਰੱਖਦੇ ਹੋ। ਜੇ ਤੁਹਾਡਾ ਸਰੀਰ ਬਾਹਰੋਂ ਦੇਖਣ 'ਚ ਬਹੁਤ ਵਧੀਆ, ਤੁਹਾਡੀ ਪਰ ਆਤਮਾ ਨੂੰ ਇੰਨੇ ਰੋਗ ਲੱਗੇ, ਕੀ ਕਰੋਗੇ ਐਸੇ ਸਰੀਰ ਦਾ ਤੁਸੀਂ?
ਪਿਤਾ ਪਰਮੇਸ਼ਰ ਨੂੰ ਕੀ ਮੂੰਹ ਵਿਖਾਓਗੇ ਜਦੋਂ ਤੁਹਾਡਾ ਇਸ ਪਿਤਾ ਪਰਮੇਸ਼ਰ ਨੇ ਇਸ ਦੁਨੀਆ 'ਤੇ ਆਉਣਾ, ਅੰਤ ਦਾ ਸਮਾਂ ਨੇੜੇ ਆ ਰਿਹਾ, ਅਤੇ ਫਿਰ ਪਿਤਾ ਪਰਮੇਸ਼ਰ ਨੂੰ ਕੀ ਦਿਖਾਓਗੇ? ਉਦੋਂ ਤਾਂ ਤੁਹਾਡਾ ਸਰੀਰ ਤਾਂ ਇੱਥੇ ਰਹਿਣਾ, ਉਸ ਟਾਈਮ ਤਾਂ ਆਤਮਾ ਨਾਲ ਜਾਣੀ ਹੈ। ਜੇ ਤੁਹਾਡੀ ਆਤਮਾ ਨੂੰ ਇੰਨੇ ਰੋਗ ਲੱਗੇ ਹੋਗੇ ਫਿਰ ਕੀ ਕਰੋਗੇ? ਇਸ ਲਈ ਆਪਣੀ ਆਤਮਾ ਦੇ ਵੱਲ ਧਿਆਨ ਦਿਓ। ਸਰੀਰ ਦਾ ਆਤਮਾ ਵੱਲ ਧਿਆਨ ਦਿਓਗੇ, ਸਰੀਰ ਆਪਣੇ ਆਪ ਸਹੀ ਹੋ ਜਾਊਗਾ। ਆਤਮਾ ਵੱਲ ਧਿਆਨ ਦਿਓ, ਆਪਣੀ ਆਤਮਾ ਨੂੰ ਦੇਖੋਗੇ। ਜਦੋਂ ਜੇ ਤੁਸੀਂ ਆਪਣੇ ਸਰੀਰ ਨੂੰ ਇਸ ਲਈ ਠੀਕ ਰੱਖਦੇ ਹੋ ਕਿ ਨਹੀਂ, ਲੋਕਾਂ ਨੇ ਸਾਡੇ ਸਰੀਰ ਨੂੰ ਦੇਖਣਾ, ਕਹਿਣਗੇ ਕਿ ਹਾਂ ਯਾਰ ਉਹ ਕੁੜੀ ਦੀ ਬੋਡੀ ਬਹੁਤ ਅੱਛੀ, ਉਹ ਮੁੰਡੇ ਦੀ ਬੋਡੀ ਬਹੁਤ ਅੱਛੀ, ਸੋਹਣਾ ਲੱਗਦਾ, ਕੱਪੜੇ ਪਾਏ ਉਹਦੇ ਅੱਛੇ ਲੱਗਦੇ। ਪਰ ਜਿਹੜੇ ਪਰਮੇਸ਼ਰ ਨੇ ਸਾਡੀ ਆਤਮਾ ਦੇਖਣੀ ਹੈ, ਉਹ ਕੱਪੜੇ ਸੀਨੇ ਮੈਲੇ ਪਾਏ ਹੋਏ ਆ, ਪਾਪ ਨਾਲ ਭਰੇ ਗੰਦੇ ਕੱਪੜੇ, ਫਟੇ ਪੁਰਾਣੇ ਕੱਪੜੇ ਪਾਏ ਹੋਏ ਆ, ਉਹਦੇ ਵੱਲ ਕਿਉਂ ਧਿਆਨ ਨਹੀਂ ਦਿੰਦੇ? ਉਹਨੂੰ ਨਹੀਂ ਅੱਛੇ ਕੱਪੜੇ ਪਾਉਣ ਦੀ ਲੋੜ। ਦੁਨੀਆ ਨੇ ਤਾਂ ਇੱਥੇ ਰਹਿਣਾ, ਪਰਮੇਸ਼ਵਰ ਨੇ ਸਾਡੇ ਨਾਲ ਹਮੇਸ਼ਾ ਰਹਿਣਾ। ਜਿਹੜੇ ਕੱਪੜੇ ਪਰਮੇਸ਼ਵਰ ਨੇ ਦੇਖਣੇ, ਜਿਹੜੀ ਤੁਹਾਡੀ ਆਤਮਾ ਜਿਹੜੀ ਪਰਮੇਸ਼ਵਰ ਨੇ ਦੇਖਣੀ, ਤੁਸੀਂ ਉਹਦੀ ਦੇਖਭਾਲ ਕਿਉਂ ਨਹੀਂ ਕਰਦੇ? ਪਿਤਾ ਪਰਮੇਸ਼ਵਰ ਨੂੰ ਕੀ ਮੂੰਹ ਵਿਖਾਓਗੇ ਜਦੋਂ ਤੁਹਾਡੇ ਇੱਕ ਫਟੇ ਕੱਪੜੇ ਪਾਓਗੇ? ਕੀ ਮੂੰਹ ਵਿਖਾਓਗੇ? ਪਿਤਾ ਪਰਮੇਸ਼ਵਰ ਨੇ ਕਹਿਣਾ ਤੂੰ ਤਾਂ ਕਦੇ, ਮੈਨੂੰ ਲੱਗਦਾ ਕਿ ਤੂੰ ਕਦੇ ਪ੍ਰੇਅਰ ਕੀਤੀ ਨਹੀਂ ਹੈਗੀ, ਤੂੰ ਤਾਂ ਕਦੇ ਵਚਨ ਵੀ ਨਹੀਂ ਸੁਣੇ ਹੋਣੇ। ਫਿਰ ਤੁਸੀਂ ਮਤਲਬ ਨਰਕ 'ਚ ਜਾਓਗੇ। ਹਾਲੇ ਵੀ ਟਾਈਮ ਹੈ। ਪ੍ਰਭੂ ਯਿਸੂ ਜੀ ਦੀਆਂ ਭਵਿੱਖਬਾਣੀਆਂ ਜੋ ਪਿਤਾ ਪਰਮੇਸ਼ਰ ਨੇ ਕਿਹਾ ਸੀ ਕਿ ਦੁਨੀਆ ਤੋਂ ਮੁਸੀਬਤਾਂ ਆਉਣਗੀਆਂ, ਭੁਚਾਲ, ਸਭ ਕੁਝ ਸੱਚ ਹੋ ਰਿਹਾ। ਪ੍ਰਭੂ ਯਿਸੂ ਜੀ ਦੇ ਆਉਣ ਦਾ ਸਮਾਂ ਬਹੁਤ ਨੇੜੇ ਆ। ਕੁਛ ਨਹੀਂ ਪਤਾ ਪਿਤਾ ਪਰਮੇਸ਼ਰ ਕੱਲ੍ਹ ਆ ਜਾਣ, ਕੁਛ ਨਹੀਂ ਪਤਾ 10 ਦਿਨਾਂ ਬਾਅਦ ਜਾਣਾ, 10 ਸਾਲਾਂ ਬਾਅਦ ਜਾਣਾ, ਕੁਛ ਨਹੀਂ ਪਤਾ। ਤੁਹਾਡੇ ਕੋਲ ਟਾਈਮ ਹੈ। ਆਪਣੇ ਗੁਨਾਹਾਂ ਦਾ ਅੰਗੀਕਾਰ ਕਰੋ, ਗੁਨਾਹ ਨੂੰ ਐਕਸੈਪਟ ਕਰੋ, ਪਿਤਾ ਪਰਮੇਸ਼ਰ ਤੋਂ ਮਾਫੀ ਮੰਗੋ। ਪਿਤਾ ਪਰਮੇਸ਼ਰ ਦੇ ਵਚਨ ਕਹਿੰਦੇ ਨੇ ਉਹ ਪਾਪੀਆਂ 'ਤੇ ਨਾ ਸ਼ੁਕਰਿਆ ਅਤੇ ਦਇਆ ਕਰਦਾ। ਪਿਤਾ ਪਰਮੇਸ਼ਰ ਤੋਂ ਮਾਫੀ ਮੰਗੋ, ਉਹ ਤੁਹਾਨੂੰ ਮਾਫ ਕਰਨਗੇ, ਉਹ ਤੁਹਾਨੂੰ ਪਵਿੱਤਰ ਆਤਮਾ ਦੇਣਗੇ, ਤੁਹਾਡਾ ਨਵਾਂ ਜੀਵਨ ਤੁਹਾਨੂੰ ਦੇਣਗੇ। ਆਪਣੀ ਆਤਮਾ ਨੂੰ ਠੀਕ ਰੱਖੋ, ਆਪਣੀ ਆਤਮਾ ਨੂੰ ਤੰਦਰੁਸਤ ਰੱਖੋ। ਪਿਤਾ ਪਰਮੇਸ਼ਰ ਨੇ ਤੁਹਾਡੀ ਆਤਮਾ ਦੇਖਣੀ ਹੈ, ਸਰੀਰ ਨਹੀਂ ਦੇਖਣਾ। ਪਿਤਾ ਪਰਮੇਸ਼ਰ ਨਾਲ ਜੁੜੋ। ਪਿਤਾ ਪਰਮੇਸ਼ਰ ਤੁਹਾਨੂੰ ਸਾਰਿਆਂ ਨੂੰ ਬਲੈਸ ਕਰਨ। ਪਿਤਾ ਪਰਮੇਸ਼ਰ ਤੋਂ ਹਮੇਸ਼ਾ ਆਪਣੀ ਆਤਮਾ ਦੀ ਰੋਟੀ ਮੰਗਦੇ ਰਹੋ। ਪਿਤਾ ਪਰਮੇਸ਼ਰ ਤੁਹਾਨੂੰ ਸਾਰਿਆਂ ਨੂੰ ਬਲੈਸ ਕਰਨ। ਗੋਡ ਬਲੈਸ ਯੂ। ਪ੍ਰੇਜ਼ ਦ ਲਾਰਡ। ਜੈ ਮਸੀਹ ਕੀ।